ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬੜੇ ਸਿੰਪਲ ਟੌਪਿਕਸ ਤੇ ਗੱਲ ਕਰਨ ਵਾਲੇ ਹਾਂ ਜੋ ਕਿ ਆਲਮੋਸਟ ਸਾਰਿਆਂ ਨੇ ਕਦੀ ਬੋਲੇ ਵੀ ਹੈ ਵਰਡਸ ਤੇ ਸੁਣੇ ਵੀ ਹੈ ਵਰਡਸ। ਸੈਡਨੈਸ ਤੇ ਡਿਪਰੈਸ਼ਨ। ਤੁਹਾਡੇ ਸਾਰਿਆਂ ਤੋਂ ਵੀ ਮੈਂ ਪੁੱਛਣਾ ਚਾਹਾਂਗੀ, ਅੰਕਲ ਤੁਸੀਂ ਕਦੀ ਇਹ ਲਫ਼ਜ਼ ਸੁਣਿਆ ਉਦਾਸੀ ਜਾਂ ਡਿਪਰੈਸ਼ਨ? ਉਦਾਸੀ ਤਾਂ ਸੁਣੀ ਹੈ। ਉਦਾਸੀ ਸੁਣੀ ਹੈ, ਡਿਪਰੈਸ਼ਨ ਨਹੀਂ ਸੁਣਿਆ। ਠੀਕ ਹੈ, ਤੁਹਾਡੇ ਸਾਰਿਆਂ 'ਚ ਡਿਪਰੈਸ਼ਨ ਵਰਡ ਸੁਣਿਆ? ਕਿੰਨਾ ਫਰੀਕੁਐਂਟ ਹੈ, ਕਿੰਨਾ ਕਾਮਨਲੀ ਸੁਣਿਆ? ਕਦੀ ਕਦਾਈ ਜਾਂ ਕਾਫੀ ਕਾਮਨ ਵਰਡ ਹੈ? ਕਾਫੀ ਸੁਣਾ। ਠੀਕ ਹੈ, ਸੋ ਮੈਂ ਇਹ ਪੁੱਛਣਾ ਚਾਹਾਂਗੀ, ਤੁਹਾਨੂੰ ਲੱਗਦਾ ਹੈ ਕਿ ਇਹ ਦੋ ਚੀਜ਼ਾਂ ਸੇਮ ਹੈ ਜਾਂ ਡਿਫਰੈਂਟ ਹੈ? ਉਦਾਸੀ ਤੇ ਡਿਪਰੈਸ਼ਨ ਸੇਮ ਹੈ ਜਾਂ ਡਿਫਰੈਂਟ ਹੈ? ਡਿਫਰੈਂਟ ਹੈ। ਕੋਈ ਦੱਸਣਾ ਚਾਹੇਗਾ ਕਿ ਕਿੱਦਾਂ? ਸੈਡਨੈਸ ਮੈਂ ਕੋਈ ਟਾਈਮ ਲਿਮਿਟ ਹੁੰਦੀ ਹੈ। ਤੇ ਡਿਪਰੈਸ਼ਨ ਜਦੋਂ ਆਪਾਂ ਇੱਕੋ ਸੋਚ ਨੂੰ ਸੋਚੀ ਜਾਣਾ, ਉਹ 25 ਦਿਨ ਉਹੀ ਚੀਜ਼ ਨੂੰ ਲੈ ਕੇ ਬੈਠੇ ਰਹਿਣਾ, ਫਿਰ ਮੇਰੇ ਹਿਸਾਬ ਨਾਲ ਡਿਪਰੈਸ਼ਨ ਹੋ ਜਾਂਦਾ। ਹਾਂ, ਕੁਛ ਸਿਮਿਲਰ ਹੀ ਹੈ। ਸੈਡਨੈਸ ਸਾਰਿਆਂ ਨੂੰ ਸਾਨੂੰ ਹੁੰਦੀ ਹੈ, ਮਤਲਬ ਕਦੀ ਨਾ ਕਦੀ ਸਾਡੇ ਦਿਮਾਗ 'ਚ ਉਦਾਸੀ ਆਏਗੀ। ਕੋਈ ਸਿਚੁਏਸ਼ਨ ਇਹੋ ਜਿਹੀ ਲਾਈਫ 'ਚ ਹੋ ਜਾਏ, ਆਪਾਂ ਉਦਾਸ ਹੋ ਜਾਂਦੇ ਹਾਂ। ਕੁਛ ਚੰਗਾ ਨਹੀਂ ਸਾਡੇ ਨਾਲ ਹੋਇਆ ਤਾਂ ਆਪਾਂ ਉਦਾਸ ਹੋ ਜਾਂਦੇ ਹਾਂ। ਕੋਈ ਚੀਜ਼ ਜਾਂ ਕੋਈ ਪਿਆਰ ਕਰਨ ਵਾਲਾ ਸਾਡੇ ਤੋਂ ਦੂਰ ਹੋ ਜਾਏ ਤਾਂ ਆਪਾਂ ਉਦਾਸ ਹੋ ਜਾਂਦੇ ਹਾਂ। ਠੀਕ ਹੈ, ਲੇਕਿਨ ਡਿਪਰੈਸ਼ਨ ਇੱਕ ਇਹੋ ਜਿਹੀ ਟਰਮ ਹੈ ਜੋ ਕਿ ਸਾਈਕੋਲੋਜੀਕਲ ਜਾਂ ਸਾਈਕੇਟ੍ਰਿਕ ਡਿਸਆਰਡਰ 'ਚ ਸਭ ਤੋਂ ਜ਼ਿਆਦਾ ਕਾਮਨ ਹੋਣ ਵਾਲੀ ਬਿਮਾਰੀ ਹੈਗੀ ਡਿਪਰੈਸ਼ਨ। ਦੁਨੀਆ ਦੇ 28% ਆਫ ਪੀਪਲ ਜਿਹੜੇ ਹੈਗੇ ਹੈ ਉਹ ਡਿਪਰੈਸ਼ਨ ਤੋਂ ਗ੍ਰਸਤ ਹੈਗੇ ਆ। ਇਹ ਰਿਸਰਚ कहती है कि 28% ਆਫ ਪੀਪਲ ਆਰ ਸਫਰਿੰਗ ਫਰੋਮ ਡਿਪਰੈਸ਼ਨ। ਠੀਕ ਹੈ, ਹੁਣ ਲੇਕਿਨ ਬਹੁਤ ਸਾਰੇ ਲੋਕ ਹੈ ਕਿਉਂਕਿ ਇੰਨਾ ਕਾਮਨ ਸੁਣਿਆ ਗਿਆ ਤੇ ਇਹ ਵਰਡ ਨੂੰ ਲੋਕੀ ਗਲਤ ਵੀ ਯੂਜ਼ ਕਰ ਲੈਂਦੇ। ਮਤਲਬ ਜਨਰਲੀ ਹੁਣ ਕੀ ਹੋ ਰਿਹਾ, ਜਨਰਲੀ ਵੀ ਤੁਸੀਂ ਸੁਣੋ, ਮੈਂ ਡਿਪਰੈਸਡ ਫੀਲ ਕਰ ਰਿਹਾ, ਮੈਨੂੰ ਲੱਗਦਾ ਮੈਨੂੰ ਡਿਪਰੈਸ਼ਨ ਹੋ ਗਿਆ ਹੈ। ਠੀਕ ਹੈ, ਸੋ ਆਪਾਂ ਆਪਣੇ ਆਪ ਨੂੰ ਨਹੀਂ ਜੱਜ ਕਰਨਾ ਜਾਂ ਆਪਣੇ ਆਪ ਨੂੰ ਲੇਬਲਾਈਜ਼ ਨਹੀਂ ਕਰਨਾ ਕਿ ਮੈਂ ਡਿਪਰੈਸ਼ਨ ਦਾ ਪੇਸ਼ੈਂਟ ਹਾਂ। ਸਾਨੂੰ ਸੈਡਨੈਸ ਵੀ ਹੋ ਸਕਦੀ ਹੈ। ਸੈਡਨੈਸ ਕੀ ਹੈ, ਇੱਕ ਟਿਪੀਕਲ ਟਾਈਮ ਵਾਸਤੇ ਆਏਗੀ। ਜਿਵੇਂ ਤੁਸੀਂ ਬੋਲਿਆ, ਜਿਵੇਂ ਮੈਂ ਐਗਜ਼ਾਮਪਲ ਦਿੱਤੀ, ਕੁਝ ਗਲਤ ਹੋਇਆ, ਠੀਕ ਹੈ, ਹਫਤਾ 10 ਦਿਨ ਆਪ ਉਦਾਸ ਰਹਿ ਸਕਦੇ ਹੋ। ਉਸ ਤੋਂ ਬਾਅਦ ਕੀ ਹੈ ਕਿ ਉਦਾਸੀ ਘਟਣੀ ਸ਼ੁਰੂ ਹੋ ਜਾਏਗੀ। ਤੁਸੀਂ ਆਪਣੇ ਆਪ ਨੂੰ ਸਮਝਾ ਲੈਂਦੇ ਹੋ, ਅਸੈਪਟ ਕਰ ਲੈਂਦੇ ਹੋ ਮਾਨਸਿਕ ਤੌਰ 'ਤੇ ਕਿ ਠੀਕ ਹੈ, ਇਹ ਨੁਕਸਾਨ ਲਾਈਫ 'ਚ ਹੋ ਗਿਆ ਹੈ ਅਤੇ ਮੈਂ ਹੁਣ ਮੂਵ ਔਨ ਕਰਨਾ ਹੈ, ਮੈਂ ਆਪਣੀ ਨੋਰਮਲ ਜ਼ਿੰਦਗੀ ਜੀਣੀ ਹੈ। ਠੀਕ ਹੈ, ਸੈਡਨੈਸ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਜਦੋਂ ਉਦਾਸ ਵੀ ਹੋ ਲੇਕਿਨ ਆਪਣੀ ਨੋਰਮਲ ਡੇ ਟੂ ਡੇ ਜਿਹੜੀ ਲਾਈਫ ਕਰ ਰਹੇ ਹੋ ਉਹ ਅਫੈਕਟਡ ਨਹੀਂ ਹੋਏਗੀ। ਮੰਨ ਲਓ ਜਦੋਂ ਫਰੈਂਡਸ ਦੇ ਕੋਲ ਬੈਠੇ ਹੋ, ਤੁਹਾਡਾ ਮੂਡ ਬਦਲ ਜਾਏਗਾ, ਤੁਸੀਂ ਹੱਸਦੇ ਹੋ, ਤੁਸੀਂ ਖੇਡਦੇ ਹੋ, ਮੂਵੀ ਦੇਖ ਰਹੇ ਹੋ, ਤੁਸੀਂ ਮੂਵੀ ਇੰਜੋਏ ਕਰਦੇ ਹੋ। ਲੇਕਿਨ ਜਦੋਂ ਇਕੱਲੇ ਹੋ, ਉਹ ਥੋਟ ਆ ਗਿਆ, ਫਿਰ ਉਦਾਸ ਹੋ ਗਏ, ਦੈਟ ਇਜ਼ ਸੈਡਨੈਸ। ਠੀਕ ਹੈ, ਡਿਪਰੈਸ਼ਨ 'ਚ ਇਸ ਤਰ੍ਹਾਂ ਦਾ ਨਹੀਂ ਹੈ। ਡਿਪਰੈਸ਼ਨ 'ਚ ਕੀ ਹੈ ਕਿ ਤੁਹਾਡੀ ਲਾਈਫ ਦੀ ਹਰ ਇੱਕ ਚੀਜ਼ ਅਫੈਕਟਡ ਹੋਏਗੀ। ਜੇਕਰ ਕਿ ਆਪਾਂ ਮਤਲਬ ਕੋਸ਼ਿਸ਼ ਕਰੀਏ ਜੇਕਰ ਸਮਝਣ ਦੀ ਡਿਪਰੈਸ਼ਨ ਨੂੰ, ਤੇ ਡਿਪਰੈਸ਼ਨ ਦੇ ਵਿੱਚ ਕੀ ਹੈ, ਨੋਰਮਲ ਲਾਈਫ ਦੀਆਂ ਚੀਜ਼ਾਂ, ਸਵੇਰੇ ਉੱਠਣਾ, ਬਰਸ਼ ਕਰਨਾ, ਨਹਾਣਾ ਧੋਣਾ, ਬਾਹਰ ਜਾਣਾ, ਜੌਬ 'ਤੇ ਜਾਣਾ, ਇਹ ਛੋਟੀਆਂ ਚੀਜ਼ਾਂ ਜੋ ਕਿ ਜਿਹਦੇ ਵਿੱਚ ਸਾਨੂੰ ਐਫਰਟ ਨਹੀਂ ਲਗਾਉਣੀ ਪੈਂਦੀ। ਡਿਪਰੈਸ਼ਨ ਦੇ ਪੇਸ਼ੈਂਟ ਨੂੰ ਇਸ ਚੀਜ਼ 'ਤੇ ਵੀ ਐਫਰਟ ਲਾਉਣੀ ਪੈਂਦੀ। ਠੀਕ ਹੈ, ਪਿਕਚਰ ਦੇਖ ਰਹੇ ਹਾਂ, ਦਿਲ ਨਹੀਂ ਲੱਗੇਗਾ, ਕਿਤਾਬ ਪੜ੍ਹ ਰਹੇ ਹਾਂ, ਫੋਕਸ ਨਹੀਂ ਕਰ ਪਾਓਗੇ, ਦਿਮਾਗ ਦੇ ਵਿੱਚ ਨਹੀਂ ਗੱਲ ਪਏਗੀ, ਕੁਛ ਨਹੀਂ ਸਮਝ ਆਏਗਾ। ਬਹੁਤ ਸਾਰੇ ਬੱਚੇ ਵੀ ਹੈ ਜਿਹੜੇ ਡਿਪਰੈਸ਼ਨ ਤੋਂ ਅੱਜ ਕੱਲ੍ਹ ਪੀੜਿਤ ਹੋ ਰਹੇ। ਠੀਕ ਹੈ, ਪਹਿਲੇ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਸੀ, ਸਾਨੂੰ ਲੱਗਦਾ ਸੀ ਬੱਚਿਆਂ 'ਤੇ ਡਿਪਰੈਸ਼ਨ ਹੋ ਹੀ ਨਹੀਂ ਸਕਦਾ, ਕਿ ਬੱਚਿਆਂ ਨੂੰ ਕੀ ਟੈਨਸ਼ਨ ਹੈ ਵੀ ਬੱਚੇ ਕਿੱਦਾਂ ਡਿਪਰੈਸ ਹੋ ਸਕਦੇ। ਲੇਕਿਨ ਦੇਰ ਆਰ ਸੋ ਮੈਨੀ ਫੈਕਟਰਸ ਜਿਹੜੇ ਲੀਡ ਕਰਦੇ ਆ ਡਿਪਰੈਸ਼ਨ ਨੂੰ। ਠੀਕ ਹੈ, ਕਲੀਨਿਕਲ ਡਿਪਰੈਸ਼ਨ ਦਾ ਕੋਈ ਐਜ਼ ਸੱਚ ਉਹ ਨਹੀਂ ਹੈ ਕਿ ਕੋਈ ਪ੍ਰੋਬਲਮ ਹੀ ਆਏਗੀ ਲਾਈਫ ਦੇ ਵਿੱਚ ਤਾਂ ਹੀ ਤੁਸੀਂ ਡਿਪਰੈਸ ਹੋਗੇ। ਇਟ ਕੈਨ ਹੈਪਨ ਵਿਦਾਊਟ ਐਨੀ ਰੀਜ਼ਨ ਆਲਸੋ, ਬਿਕੋਜ਼ ਆਫ ਕੈਮੀਕਲ ਚੇਂਜਸ। ਦਿਮਾਗ ਦੇ ਕੈਮੀਕਲ, ਦਿਮਾਗ ਦੇ ਰਸਾਇਣ ਜਦੋਂ ਉਲਟ ਪਲਟ ਹੋ ਜਾਣਗੇ, ਘਟਾ ਵਧਾ 'ਚ ਚਲੇ ਜਾਣਗੇ, ਤਾਂ ਵੀ ਆਪਾਂ ਡਿਪਰੈਸ਼ਨ 'ਚ ਜਾ ਸਕਦੇ ਹਾਂ। ਠੀਕ, ਫਿਰ ਸੈਡਨੈਸ ਹੁੰਦੀ ਹੈ ਇੱਕ ਪਰਟੀਕੂਲਰ ਰੀਜ਼ਨ ਦੇ ਕਾਰਨ। ਮਤਲਬ ਇੱਕ ਟ੍ਰਿਗਰ ਬਣਿਆ, ਇੱਕ ਚੀਜ਼ ਖਰਾਬ ਹੋਈ ਹੈ ਲਾਈਫ 'ਚ, ਤੁਸੀਂ ਸਿਰਫ ਉਸੇ ਸਿਚੁਏਸ਼ਨ ਨੂੰ ਲੈ ਕੇ ਸੈਡ ਹੋ। ਡਿਪਰੈਸ਼ਨ ਦੇ ਵਿੱਚ ਇਹ ਨਹੀਂ, ਡਿਪਰੈਸ਼ਨ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਇਨਵੋਲਵ ਹੋ ਜਾਣਗੀਆਂ ਲਾਈਫ ਦੀਆਂ, ਇਮੋਸ਼ਨਲੀ, ਫਿਜ਼ੀਕਲੀ, ਤੁਸੀਂ ਕੁਛ ਵੀ ਨਹੀਂ ਚੰਗੀ ਤਰ੍ਹਾਂ ਕਰ ਪਾਓਗੇ। ਠੀਕ ਹੈ, ਲੋਸ ਆਫ ਇੰਟਰਸਟ ਹਰ ਚੀਜ਼ ਦੇ ਵਿੱਚ, ਜਿੰਨਾ ਮਰਜ਼ੀ ਆਪਣੇ ਆਪ ਨੂੰ ਪੁਸ਼ ਕਰ ਲਓ, ਕੁਛ ਕਰਨ ਦੀ ਨਹੀਂ ਇੱਛਾ ਆਏਗੀ, ਕੁਛ ਕੰਮ ਕਰਨ ਦੀ ਨਹੀਂ ਇੱਛਾ ਆਏਗੀ। ਭੁੱਖ, ਕਈ ਪੇਸ਼ੈਂਟਸ ਆਉਂਦੇ ਬਹੁਤ ਜ਼ਿਆਦਾ ਭੁੱਖ ਲੱਗ ਰਹੀ, ਐਕਸਟ੍ਰੀਮ, ਕਈਆਂ ਦੀ ਭੁੱਖ ਬਿਲਕੁਲ ਖਤਮ ਕਿ ਆਪਾਂ ਕਿੰਨੇ ਦਿਨ ਹੋ ਗਏ ਖਾਣਾ ਹੀ ਨਹੀਂ ਖਾਧਾ, ਇੱਕ ਚਪਾਤੀ ਸ਼ਾਇਦ ਆਪਾਂ ਦਿਨ 'ਚ ਇੱਕ ਵਾਰੀ ਖਾ ਰਹੇ, ਉਹ ਵੀ ਜ਼ਬਰਦਸਤੀ। ਠੀਕ ਹੈ, ਲੇਕਿਨ ਸੈਡਨੈਸ ਵਾਲੇ ਪੇਸ਼ੈਂਟਸ ਨੂੰ ਐਸਾ ਕੁਛ ਨਹੀਂ ਹੁੰਦਾ, ਕਿਉਂਕਿ ਉਹ ਪੇਸ਼ੈਂਟ ਨਹੀਂ, ਉਹ ਤਾਂ ਇੱਕ ਇਮੋਸ਼ਨ ਹੈ ਸਾਡਾ। ਠੀਕ ਹੈ, ਸੈਡਨੈਸ ਇਜ਼ ਅ ਇਮੋਸ਼ਨ ਹੋ ਜੋ ਕਿ ਸਾਰੇ ਆਪਾਂ ਫੀਲ ਕਰ ਰਹੇ ਹਾਂ। ਹੁਣ ਡਿਪਰੈਸ਼ਨ ਦੇ ਮੇਜਰ ਮੋਟੇ ਜੇਕਰ ਮੈਂ ਪੁੱਛਾਂ ਲੱਛਣ ਕੀ ਹੁੰਦੇ ਜਿਹੜੇ ਸਾਨੂੰ ਸਾਰਿਆਂ ਨੂੰ ਪਤਾ,
ਕਿ ਸਾਨੂੰ ਲੱਗੇਗਾ ਕਿ ਡਿਪਰੈਸ਼ਨ ਦੇ ਇਹ ਲੱਛਣ ਹੈ, ਕੀ ਹੋ ਸਕਦੇ ਦੱਸੋ? ਮੈਡਮ ਮੇਰਾ ਨਾ ਦਸੰਬਰ ਚ ਡੋਗੀ ਦੀ ਡੈਥ ਹੋ ਗਈ ਸੀ। ਇੱਕ ਹਫ਼ਤਾ ਮੈਨੂੰ ਸੈਡਨੈਸ ਦੀ ਰਹੀ ਕਿ ਮੈਨੂੰ ਨਾਲ ਕੀ ਹੋ ਗਿਆ ਵਾ। ਮੈਂ ਹਰ ਟ੍ਰੀਟਮੈਂਟ ਕਰਾਇਆ ਦਾ ਪਰ ਬਚਿਆ ਨਹੀਂ ਹੈ। ਉਹ ਫੇਲਿਅਰ ਲੱਗ ਗਿਆ ਨਾ ਕਿ ਮੈਂ ਆਪਣੇ ਡੌਗ ਨਾਲ ਬਹੁਤ ਪਿਆਰ ਕਰਦਾ ਸੀ, ਮੈਂ ਆਪਣੀ ਪੂਰੀ ਕੋਸ਼ਿਸ਼ ਵੀ ਲਾਈ ਬਟ ਉਹ ਬਚਿਆ ਨਹੀਂ ਬਚਿਆ। ਲਾਸ ਆਫ ਲਵਡ ਵਨਸ ਹੀ ਹੋ ਗਿਆ ਨਾ ਕਿ ਮੈਂ ਬਹੁਤ ਪਿਆਰ ਕਰਦਾ ਸੀ ਤੱਕ ਰਿਹਾ ਮੈਨੂੰ, ਪਰ ਉਸ ਤੋਂ ਬਾਅਦ ਤੁਸੀਂ ਐਕਸੈਪਟ ਕੀਤਾ ਰਿਐਲਿਟੀ ਨੂੰ ਤੇ ਆਪਾਂ ਮੂਵ ਔਨ ਕਰ ਗਏ ਉਸ ਚੀਜ਼ ਨੂੰ। ਹਾਂ ਠੀਕ ਹੈ, ਲੇਕਿਨ ਡਿਪਰੈਸ਼ਨ ਦੇ ਲੱਛਣ ਜੋ ਆਮ ਤੌਰ ਤੇ ਸੁਣਨ ਨੂੰ ਮਿਲਦੇ ਕੀ ਹੁੰਦੇ ਆ? ਕੋਈ ਵੀ ਦੱਸੋ, ਇੱਕ ਦੋ ਜੋ ਵੀ ਲਗੇ। क्या होगा? ਇਕੱਲੇ ਰਹਿਣਾ। हाँ वेरी गुड, कल्ले रहना, ਭੁੱਖ ਨਾ ਲੱਗਣੀ, भुख ना लगनी, ਜਾਂ ਬਹੁਤ ਜ਼ਿਆਦਾ ਲੱਗਣੀ। हाँ एक्सट्रीम एपेटाइट, बहुत ज़्यादा या बहुत घट, नुकसान हो जाना किस तरह का? मम्मी का पैसों का यादाश्त नुकसान। अच्छा वो रीज़न हो सकता है, वो रीज़न हो सकता है ना। हाँ टेंशन का हम सिम्टम की बात कर रहे हैं कि क्या लक्षण और हो सकते हैं, और कोई लक्षण? हर चीज से ज्यादा स्ट्रेस दे के हाँ। याद करना ज़्यादा, हाँ ਇਹਦਾ मतलब कि साडा दिमाग ਜਿਹੜਾ है ਉਸ तरीके ਨਾਲ एक्टिव नहीं रहता, याददाश्त शक्ति ਤੇ फर्क, चीज ते भी स्ट्रेस दे स्ट्रेस, के अच्छा याद करा, याद करांगे ਜਾਂ हाँ। ਕੋਈ ਫਿਜ਼ੀਕਲ ਐਕਟੀਵਿਟੀ हम्म ਉਹ ਕਰਾਂਗੇ, ਉਹਨੂੰ ਵੀ ਸਟ੍ਰੈਸ ਦੇ ਕੇ ਰੋਟੀ ਖਾਣ ਤੱਕ ਵੀ stress हाँ मतलब ਆਪਾਂ ਆਪਣੇ ਆਪ ਨੂੰ ਜਿਵੇਂ ਕਹੀਦਾ ਕਿ ਧੱਕਾ ਲਾ ਕੇ ਹਰ ਚੀਜ਼ ਕਰ ਰਹੇ ਹਾਂ, ਐਫਰਟਲੈਸ ਨਹੀਂ ਕੁਝ ਵੀ ਹੋ ਰਿਹਾ, ਆਪਣੇ ਆਪ ਨੂੰ ਪੁਸ਼ ਕਰਕੇ ਕੋਈ ਵੀ ਕੰਮ ਕਰਨਾ ਉਹ ਡਿਪਰੈਸ਼ਨ 'ਚ ਹੁੰਦਾ। ਅੱਛਾ ਕੁਝ ਲੱਛਣ ਜਿਹੜੇ ਸਾਰਿਆਂ ਨੂੰ ਪਤਾ ਹੋ ਗਿਆ, ਭੁੱਖ ਹੋ ਗਿਆ, ਭੁੱਖ ਨਹੀਂ ਲੱਗ ਰਹੀ, ਨੀਂਦ नहीं आ रही है, नेगेटिव थॉट बेइंतहा, हर चीज़ ਨੂੰ ਲੱਗੇ ਕਿ ਖਰਾਬ ਹੀ ਹੋਣਾ ਹੈ, ਸਭ ਕੁਝ ਗਲਤੀ ਹੋ ਜਾਣਾ, ਘਬਰਾਹਟ, ਬੇਚੈਨੀ। ਇਹਨਾਂ ਨੇ ਕਿਹਾ ਇਕੱਲੇ ਰਹਿਣਾ, ਬਿਲਕੁਲ ਠੀਕ ਹੈ। ਤੁਸੀਂ ਕਦੀ ਕਦੀ ਸਾਰਿਆਂ ਦੇ ਵਿੱਚ ਬਹਿ ਕੇ ਵੀ ਇਕੱਲਾਪਨ ਮਹਿਸੂਸ ਕਰੋਗੇ ਕਿਉਂਕਿ ਤੁਸੀਂ ਕਨੈਕਟ ਹੀ ਨਹੀਂ ਕਰ ਪਾਉਂਦੇ ਕਿਸੇ ਦੇ ਨਾਲ, ਸਾਰੇ ਗੱਲਾਂ ਕਰ ਰਹੇ, ਹੱਸ ਰਹੇ, ਤੁਹਾਨੂੰ ਲੱਗ ਰਿਹਾ ਕਿ ਇਹਦੇ ਵਿੱਚ ਤੇ ਕੋਈ ਹਾਸੇ ਵਾਲੀ ਗੱਲ ਹੀ ਨਹੀਂ, ਮੈਨੂੰ ਕਿਉਂ ਨਹੀਂ ਇਹ ਚੀਜ਼ ਮਹਿਸੂਸ ਹੋ ਰਹੀ। ਬਿਨਾਂ ਕਿਸੇ ਵਜ੍ਹਾ ਤੋਂ ਹਰ ਸਮੇਂ ਗਲੂਮੀ ਫੀਲ ਕਰਨਾ, ਹਰ ਸਮੇਂ ਨੈਗੇਟਿਵ, ਹਰ ਸਮੇਂ ਉਦਾਸ, ਬੁਝਿਆ ਬੁਝਿਆ ਫੀਲ ਕਰਨਾ, ਉਹ ਸਭ ਕੁਝ ਡਿਪਰੈਸ਼ਨ 'ਚ ਹੀ ਹੁੰਦਾ। ਲੇਕਿਨ ਕੁਝ ਇਹੋ ਜਿਹੇ ਲੱਛਣ ਹੈ ਜਿਹੜੇ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਜੋ ਡਿਪਰੈਸ਼ਨ ਦੇ ਵਿੱਚ ਹੁੰਦੇ ਆ, ਜਨਰਲੀ ਆਪਾਂ ਸੁਣਦੇ ਹਾਂ, ਜੋ ਕਿ ਸਾਡੀ ਕਲੀਨਿਕਲ ਫੀਲਡ 'ਚ ਆਪਾਂ ਨੂੰ ਪਤਾ ਹੈਗੇ। ਸੋਮੈਟਿਕ ਇਹਨਾਂ ਨੂੰ ਕਹੀਦੇ ਸਿੰਪਟਮਸ, ਕੀ ਮਤਲਬ ਬਹੁਤ ਸਾਰੇ ਲੋਕ ਆਉਂਦੇ ਆ ਬੈਕ ਏਕ, ਨੈਕ ਦੇ ਵਿੱਚ ਸਟ੍ਰੈਚਨੈਸ ਹੋ ਰਹੀ ਹੈ, ਹੈਡੇਕ ਬਹੁਤ ਜ਼ਿਆਦਾ ਹੋ ਰਹੀ ਹੈ, ਲੋਕੀ ਆਂਦੇ ਪ੍ਰੋਬਲਮ ਸਿਰ ਦਰਦ ਵਾਸਤੇ ਹੈ ਬਟ ਰੀਜ਼ਨ ਹੁੰਦਾ ਡਿਪਰੈਸ਼ਨ। ਕਿਉਂਕਿ ਡਿਪਰੈਸ਼ਨ ਦਾ ਇੱਕ ਵੱਡਾ ਸਿੰਪਟਮ ਹੈ ਕਿ ਤੁਹਾਨੂੰ ਵੰਡਰਿੰਗ ਪੇਨਸ ਬੋਡੀ 'ਚ ਕਿਤੇ ਵੀ ਦਰਦਾਂ ਹੋ ਸਕਦੀਆਂ ਬਿਨਾਂ ਕਿਸੇ ਵਜ੍ਹਾ ਤੋਂ। ਮੈਡੀਕਲ ਚੈੱਕਅਪ ਕਰਾਓਗੇ, ਆਰਥੋਪੈਡਿਸ਼ਨ ਕੋਲ ਜਾਓਗੇ, ਸਭ ਨੇ ਕਹਿਣਾ ਕੁਛ ਇਹੋ ਜਿਹਾ ਨਹੀਂ ਹੈ, ਲੇਕਿਨ ਪੇਨਸ ਬਹੁਤ ਜ਼ਿਆਦਾ ਪੇਸ਼ੈਂਟਸ ਨੂੰ ਹੁੰਦੀਆਂ। ਠੀਕ ਹੈ, ਥੱਕਿਆਪਨ, ਫਟੀਗ ਫੀਲਿੰਗ ਬਹੁਤ ਜ਼ਿਆਦਾ, ਬਹੁਤ ਥਕਾਵਟ ਲੱਗੇਗੀ, એનર્ਜੀ ਨਹੀਂ ਲੱਗੇਗੀ, ਲਾਈਫਲੈਸ ਬੋਡੀ, ਕਿ ਹਰ ਚੀਜ਼ ਵਾਸਤੇ ਉੱਠਣ ਵਾਸਤੇ ਵੀ ਤੁਹਾਨੂੰ ਲੱਗੇਗਾ ਕਿ ਯਾਰ ਇੰਨੀ ਐਫਰਟ ਲਗਾਉਣੀ ਪੈ ਰਹੀ ਹੈ ਮੈਨੂੰ, ਮੇਰਾ ਉੱਠਣ ਨੂੰ ਜੀ ਨਹੀਂ ਕਰਦਾ, ਮੈਂ ਸਾਰਾ ਦਿਨ ਬਸ ਲੇਟਿਆ ਹੀ ਰਵਾਂ, ਕੋਈ ਮੈਨੂੰ ਬੁਲਾਵੇ ਨਾ। पेट ਦੀਆਂ ਪ੍ਰੋਬਲਮਸ, ਸਭ ਤੋਂ ਜ਼ਿਆਦਾ ਡਾਈਜੈਸ਼ਨ ਦੀਆਂ ਪ੍ਰੋਬਲਮ ਡਿਪਰੈਸ਼ਨ ਦੇ ਪੇਸ਼ੈਂਟਸ ਨੂੰ, ਐਂਗਜ਼ਾਇਟੀ ਦੇ ਪੇਸ਼ੈਂਟਸ ਨੂੰ ਹੁੰਦੀਆਂ, ਕਿਉਂਕਿ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਹੈ ਜਾਂ ਗਟ ਸਿਸਟਮ ਹੈ ਉਹ ਸਾਰਾ ਦਾ ਸਾਰਾ ਬ੍ਰੇਨ ਦੇ ਨਾਲ ਇਨਵੋਲਵਡ ਹੈ। ਠੀਕ ਹੈ, ਤੁਹਾਨੂੰ ਭੁੱਖ ਲੱਗ ਰਹੀ ਹੈ, ਜੋ ਤੁਸੀਂ ਦੱਸ ਰਹੇ ਹੋ ਕਿ ਪੇਟ ਖਰਾਬ ਨਹੀਂ ਹੋ ਮੈਡੀਸਨ ਨਾ ਦੇ ਨਾਲ ਠੀਕ ਹੋ ਜਾਏਗਾ ਨਾ, ਜੋ ਡਿਪਰੈਸ਼ਨ ਦਾ ਕੱਲਾ ਪੇਸ਼ੈਂਟ ਹੈ, ਠੀਕ ਹੈ, ਕੀ ਮੈਡੀਸਿਨ ਹੋਏਗੀ, ਠੀਕ ਹੈ, ਆਪਾਂ ਕੋਈ ਲੈਕਟੋਬੈਸਿਲਸ ਲੈ ਲਾਂਗੇ, ਹੈ ਨਾ, ਕੋਈ ਪ੍ਰੀਬਾਇਓਟਿਕਸ ਲੈ ਲਾਂਗੇ, ਇਹ ਲੈ ਲਾਂਗੇ, ਲੇਕਿਨ ਉਹ ਤੇ ਇੱਕ ਹੈਲਪ ਹੈ ਬਟ ਰੀਜ਼ਨ ਫॉर ਸਟਮਕ ਪ੍ਰੋਬਲਮ ਹੈਜ਼ ਟੂ ਬੀ। ਨਹੀਂ ਕਿ ਸਾਨੂੰ ਅਗਰ ਪੇਟ ਖਰਾਬ ਹੈ ਤੇ ਉਹ ਲੱਗਾ ਹੀ ਰਹੇਗਾ, ਪੇਟ ਖਰਾਬ ਹੁੰਦਾ ਹੀ ਰਹੇਗਾ। ਜਿਹੜੇ ਪੇਸ਼ੈਂਟਸ ਨੂੰ ਐਂਗਜ਼ਾਇਟੀ ਜਾਂ ਡਿਪਰੈਸ਼ਨ ਹੁੰਦਾ ਹੈ ਉਹਨਾਂ ਦੀ ਸੋਮੈਟਿਕ ਪ੍ਰੋਬਲਮ ਰਹਿੰਦੀ ਹੈ, ਉਹਨਾਂ ਦੀ ਡਾਈਜੈਸ਼ਨ ਦੀ ਪ੍ਰੋਬਲਮ ਰਹਿੰਦੀ ਹੀ ਹੈ। ਹਾਂ, ਪੇਸ਼ੈਂਟਸ ਆਉਂਦੇ 3-3 4-4 ਮਹੀਨਿਆਂ ਤੋਂ ਗੈਸਟ੍ਰੋਐਂਟਰੋਲੋਜਿਸਟ ਦੇ ਟ੍ਰੀਟਮੈਂਟ ਲੈ ਰਹੇ ਹੁੰਦੇ ਬਟ ਇਟ ਇਜ਼ ਆਫ ਨੋ ਯੂਜ਼। ਓਕੇ, ਹਾਂ, पेन पेशेंट आया है साढ़े कोल मेरे ख्याल 2 मंथ्स बैक, मेरा ही पेशेंट है। 3 साल से वो ले रहा है ट्रीटमेंट, 3 ईयर्स से उसने कोई ऑर्थोपेडिक डॉक्टर नहीं छोड़ा, और बेस्ट वधिया वाले जो रिनोन्ड नेम्स, ठीक है, पंजाब तो बाहर है वो पेशेंट जिहड़ा आया, पर साढ़े कोल आके विदिन 1 मंथ ही हैज़ एक्सप्लेनड कि मैं ऑलमोस्ट 80% दी जिहड़ी मेरी पेन है इट हैज़ गॉन, कोई पेन किलर के बिना। अच्छा, हाँ, तो तभी मैंने आपको बोला ये चीज़ लोगों को लगती नहीं है कि ये एक सिम्टम इसका हो सकता है डिप्रेशन का, लेकिन ये एक सिम्टम्स में ही आता है। डॉक्टरां नूं क्यों नहीं पता लगे? सर देखो की हुंदा है कि डॉक्टरां नूं पता हुंदा है नहीं कि किसी नूं नहीं पता। तुसी किसी गैस्ट्रोएंटरोलॉजिस्ट कोल जा रहे हो कि पेट वाले कोल चले गए कि पेट खराब है, पेट जनरली तुसी जेकर डॉक्टर बदली जा रहे हो बार बार, ਅੱਜ ਇੱਕ ਕੋਲ ਗਏ ਆ 4 ਹਫ਼ਤੇ ਬਾਅਦ ਦੂਸਰੇ ਕੋਲ ਚਲੇ ਗਏ ਆ, ਡਾਕਟਰ ਨੂੰ ਤੁਸੀਂ ਸਿਰਫ ਇਹ ਦੱਸ ਰਹੇ ਹੋ ਮੇਰਾ ਪੇਟ ਖਰਾਬ ਹੈ, ਮੈਨੂੰ ਮੋਸ਼ਨ ਆਈ ਜਾ ਰਿਹਾ ਹੈ, ਪੇਟ ਦੀ ਹਾਜ਼ਮਾ ਨਹੀਂ ਹੋ ਰਿਹਾ, ਉਹਨਾਂ ਨੇ ਤੇ ਲਿਵਰ ਦੀ ਦਵਾਈਆਂ ਹੀ ਪਾਣੀਆਂ,
ਠੀਕ ਹੈ। ਲੇਕਿਨ ਆਪਾਂ ਕਦੀ ਆਪਣੇ ਮਨ ਬਾਰੇ ਗੱਲ ਕੀਤੀ ਕਿਸੇ ਦੇ ਨਾਲ ਕਿ ਮੈਨੂੰ ਸਟ੍ਰੈਸ ਵੀ ਬਹੁਤ ਹੁੰਦਾ ਹੈ, ਮੈਨੂੰ ਟੈਨਸ਼ਨ ਆਉਂਦੀ ਹੈ, ਮੈਨੂੰ ਸੋਚ ਆਉਂਦੀ ਹੈ ਇਸ ਚੀਜ਼ ਕਾਰਨ? ਪਤਾ ਹੀ ਨਹੀਂ ਲੱਗੂਗਾ ਜੀ। ਨਹੀਂ, ਲੋਕਾਂ ਨੂੰ ਪਤਾ ਹੁੰਦਾ ਹੈ ਲੇਕਿਨ ਆਪਾਂ ਅਸੈਪਟ ਨਹੀਂ ਕਰਦੇ। ਸਾਨੂੰ ਲੱਗਦਾ ਹੈ ਨੋਰਮਲ ਹੈ ਕਿ ਟੈਨਸ਼ਨ ਤੇ ਸਾਰਿਆਂ ਨੂੰ ਆਉਂਦੀ ਹੈ। ਇਹ ਵੀ ਕੋਈ ਗੱਲ ਹੋਈ ਡਿਸਕਸ ਕਰਨ ਵਾਲੀ ਕਿ ਕਿਹੜਾ ਬੰਦਾ ਇਸ ਦੁਨੀਆ 'ਚ ਜਿਹਨੂੰ ਟੈਨਸ਼ਨ ਨਹੀਂ, ਠੀਕ ਹੈ ਨਾ। ਲੇਕਿਨ ਹਾਂ, ਕਿਉਂਕਿ ਜਾਣਕਾਰੀ ਘੱਟ ਹੈ ਸਾਡੇ ਸਮਾਜ 'ਚ, ਆਪਾਂ ਮੈਂਟਲ ਹੈਲਥ ਨੂੰ ਇੰਪੋਰਟੈਂਸ ਨਹੀਂ ਦਿੰਦੇ ਹਾਂ। ਇਸ ਕਾਰਨ ਸ਼ਾਇਦ ਇਹ ਸਭ ਤੋਂ ਲੇਟ ਦਿਮਾਗ 'ਚ ਆਉਂਦਾ ਹੈ। ਜਦੋਂ ਸਾਡੇ ਕੋਲ ਪੇਸ਼ੈਂਟ ਕਦੋਂ ਪਹੁੰਚਦਾ ਹੈ? ਹਰ ਤਰ੍ਹਾਂ ਦੇ ਡਾਕਟਰ ਤੋਂ ਹੋ ਆਇਆ, जब कहीं से कुछ नहीं बना फिर आएगा, फिर पेशेंट्स ਨੂੰ ਰੈਫਰ ਕੀਤਾ ਜਾਂਦਾ ਕਿ ਸਾਈਕੈਟ੍ਰਿਕ ਚੈੱਕਅਪ ਵਾਸਤੇ ਜਾਓ, कि हर तरह की दवाई ट्राई हो गई है, मेडिकली कुछ नहीं इन्वॉल्व है, दैट मीन्स इट इज़ रिलेटेड टू योर ब्रेन। ठीक है, सो यह भी एक चीज़ है। साढ़े कोल तो बहुत पेशेंट आते हैं सर, सानू तो इस चीज़ का एहसास है कि पेशेंट भी किन्ने औखे होंदे हैं। ठीक है ना। डिप्रैशन की भी बहुत टाइप्स होंदियां, ऐ नहीं कि सिर्फ एक कोई डिप्रैशन है। क्लीनिकल डिप्रैशन होंदा है, रिकरेंट डिप्रैशन होंदा है। कई बारी होंदा है कि एक तरह एक पेशेंट ठीक हो गया, बहुत सोहना चल रहा है, बिल्कुल वधिया चल रहा है, ठीक होने तो बाद दवाई तो बाद थोड़ी देर बाद हाँ वो फियर भी आ जाता पेशेंट्स नूं कि मैं दोबारा ना हो जा। वो टेंशन है, वो फियर है कि मैं दोबारा बीमार ना हो जावां। लेकिन विदाउट एनी रीजन जेकर वो चीज़ दोबारा हो गई है, रिकरेंट वालियां नूं बार बार डिप्रैशन के एपीसोड आते विदाउट एनी रीजन, तो दैट हैज़ टू बी टॉक टू द प्रोफैशनल्स। आपां आप नहीं ट्रीट कर सकते। सैडनैस आप जा सकती है, किसी ट्रस्टवर्दी पर्सन नाल गल करो, फ्रेंड्स नाल, अपने रिलेटिव्स नाल, वो सैडनैस चली जाएगी, तुहाडा स्ट्रैस निकल जाएगा। बट डिप्रैशन नूं जेकर तुसीं कहो कि इनीशियल स्टेज आपां सिर्फ समझा के ठीक कर लें, दैट इज़ नॉट पॉसीबल, बिल्कुल भी नहीं। बहुत सारे साडे पेशेंट्स है जिहड़े डिप्रैशन च जांदे, लेकिन नाल नाल बहुत सारियां चीज़ां अटैच्ड होंदियां। एडिक्शन है, मूड ਨੂੰ ਅਫੈਕਟ ਕਰਦੀ। ਐਡਿਕਸ਼ਨ ਦੇ ਪੇਸ਼ੈਂਟਸ 'ਚ ਮੂਡ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ। OCD ਦੇ ਪੇਸ਼ੈਂਟਸ ਹੈਗੇ ਜਿਹੜੇ ਓਬਸੈਸਿਵ ਕੰਪਲਸਿਵ ਡਿਸਆਰਡਰ ਹੈ, ਉਹ ਪੇਸ਼ੈਂਟਸ ਆਪਣੀ ਓਬਸੈਸ਼ਨਸ ਨੂੰ ਲੈ ਕੇ ਇੰਨੇ ਪਰੇਸ਼ਾਨ ਹੁੰਦੇ ਕਿ ਬਾਅਦ 'ਚ ਉਹਨਾਂ ਨੂੰ ਲੇਟਰ ਔਨ ਡਿਪਰੈਸ਼ਨ ਵੀ ਫੀਲ ਹੋਣਾ ਸ਼ੁਰੂ ਹੋ ਜਾਂਦਾ। ਸੋ देयर हैज़ अ लिंक बिटवीन एवरीथिंग। ਤੁਸੀਂ ਸਿਰਫ ਕਲੀਅਰ ਕੱਟ ਨਹੀਂ ਹੈ ਕਹਿ ਸਕਦੇ ਕਿ ਡਿਪਰੈਸ਼ਨ ਹੈ। ਹਰ ਚੀਜ਼ ਨੂੰ ਅੰਡਰਸਟੈਂਡ ਕਰਨਾ ਉਹ ਸਿਰਫ ਇੱਕ ਪ੍ਰੋਫੈਸ਼ਨਲ ਹੀ ਤੁਹਾਨੂੰ ਗਾਈਡ ਕਰ ਸਕਦਾ ਹੈ। एक साइकेट्रिस्ट, एक साइकोलॉजिस्ट ही हेल्प कर सकता है की रीजन है जिदे कारण तुसी इस चीज़ चो कि एक्चुअली डिप्रैशन ही है। क्योंकि कोई भी बीमार पेशेंट साडे कोल आंदा है तो अंदर आके यही कहता रूम च मैम डिप्रैशन का मरीज है, लेकिन सारे डिप्रैशन वाले तो नहीं आते इत्थे, है ना। हर एक दी प्रॉब्लम वक्री हैगी है। सो हर एक दा इलाज भी वखरा है, ऐ नहीं कि हर डिप्रैशन वाले पेशेंट का सेम ही ट्रीटमेंट हो जाएगा उस हिसाब नाल। होर कुछ तुसी पूछना चाहो? मैडम जी प्रॉपर्टी होवे ਉਹਦਾ ਇਸ਼ੂ ਚੱਲਦਾ ਹੋਵੇ ਕੋਈ डिप्रेशन ਜਾਂਦੇ डिप्रेशन में जाते हैं तो वो कदों ठीक होएगा? पहले ਕੰਮ ਨਾ ਹੁੰਦਾ ਹੋਵੇ प्रॉपर्टी ਦਾ। कई काम इस तरह के होंगे है, कोई लीगल इशू है या कोई ऐसा इशू है जिहदे विच तुहानूं टेंशन चलती जा रही है और तुहानूं ए पता है ना इस रियलिटी का कि वो चीज़ ने टाइम लेना है। लीगल इशू है या प्रॉपर्टी का इशू ओवरनाइट तो नहीं ठीक हो सकता, कभी कभी सालों लटक जाता है काम, है कि नहीं, है ना। वो स्ट्रेस ते आ रहा है। हुण मैं यही बोलिया ना तुहानूं, क्या वो सैडनेस है या डिप्रेशन है? सैडनेस सिर्फ प्रॉपर्टी की बात पे आ रही तो वो सैडनेस है ना, वो एक स्ट्रेसर है जहाँ पे आपको टेंशन आ रही है। डिप्रेशन मतलब अगर मुझे उसके कारण सारी चीज़ों में से इंटरेस्ट ख़त्म हो गया, हर चीज़ में अच्छा नहीं लग रहा है, किसी चीज़ में मेरी एफिशिएंसी हर तरफ से कम हो गई, तो हम डिप्रेशन में। और हम अपने आप को खुद नहीं बता सकते कि मैं डिप्रेशन का पेशेंट हूँ। यही मिसकंसेप्शन क्लियर करनी है कि हर कोई एक लेबलाइज डिप्रेशन का पेशेंट नहीं होता। स्ट्रेस, सैडनेस, टेंशन, एंजाइटी सब कुछ अलग अलग है। तो ये आपको सिर्फ एक जानकार व्यक्ति बता सकता है कि हाँ सर सिर्फ ये प्रॉब्लम है। कुछ प्रॉब्लम्स होती है, काउंसलिंग सैशन रो रिजॉल्व करवाओ एंड यू आर गुड टू गो, तुसी वधिया हो सकते हो। ठीक है, क्योंकि कुछ इहो जिहे थॉट है जिहड़े दिमाग 'च स्टक होए हुए है, तुहानूं सल्यूशन नहीं मिल रहा जो कि तुहानूं तंग कर रहा है, तुसी उस चीज़ तो ठीक हो जाओगे। श्योर सर। देखो ਉਹਦੇ ਪਿੱਛੇ वजह है कि सिर्फ ਇੱਕੋ ਹੀ ਕੰਮ ਕਰਨ ਨੂੰ ਨਹੀਂ, जैसे जॉब प्रेशर हो सकता है या डिससैटिस्फैक्शन हो सकता है, डिससैटिस्फैक्शन हो सकती है। तो वैसे डिप्रेशन नहीं है, पर फिर भी रोज कहता मैं कल करांगा,
ਗੱਲ ਕਰਾਂ, ਗੱਲ ਕਰਦੇ ਕਰਦੇ ਸਾਲ ਲੰਘ ਜਾਂਦੇ ਆ। ਉਹ ਡਿਪਰੈਸ਼ਨ ਹੈ ਕਿ ਕੀ ਹੈ? ਨਹੀਂ ਦੇਖੋ, ਉਹ ਮੈਂ ਤੁਹਾਨੂੰ ਇਹੀ ਕਿਹਾ ਕਿ ਇੱਕ ਕੋਈ ਵੀ ਫੈਕਟਰ ਕਿਸੇ ਚੀਜ਼ ਨੂੰ ਨਹੀਂ ਲੇਬਲਾਈਜ਼ ਆਪਾਂ ਕਰ ਸਕਦੇ, ਉਹਦੇ ਪਿੱਛੇ ਵੀ ਬਹੁਤ ਸਾਰੇ ਰੀਜ਼ਨ ਹੈ। ਜਿਵੇਂ ਹੁਣ ਪੇਸ਼ੈਂਟ ਆਂਦਾ, ਉਹ ਨਾਲ ਆਪਾਂ ਗੱਲ ਕਰਾਂਗੇ। ਕਦੀ ਕਦੀ ਹੁੰਦਾ ਕਿ ਉਹ ਬੱਚੇ ਦਾ ਇੰਟਰਸਟ ਹੀ ਨਹੀਂ ਹੈ, ਉਹ ਡਾਇਰੈਕਟ ਨਹੀਂ ਤੁਹਾਨੂੰ ਕਹਿ ਪਾ ਰਿਹਾ, ਲੇਕਿਨ ਤੁਹਾਨੂੰ ਬਸ ਲਾਰੇ ਲਾਈ ਜਾਂਦਾ, ਕੱਲ ਕਰਾਂਗੇ, ਕੱਲ ਦੇਖਾਂਗੇ। ਬਟ देयर हैज़ टू बी रीजन, ਜਾਂ ਉਹ ਕੰਮ ਉਹ ਕਰਨਾ ਨਹੀਂ ਚਾਹੁੰਦਾ। ਬਾਕੀ ਜੇਕਰ ਤੁਸੀਂ ਕਿਹਾ ਕਿ ਬਾਕੀ ਸਭ ਕੁਝ ਵਧੀਆ ਹੈ, ਮੰਨ ਲਓ ਹੁਣ ਬੰਦੇ ਨੇ ਕੰਮ ਤੇ ਕਰਨੇ, ਕੰਮ ਚ ਕਿਹਦਾ ਬਿਲਕੁਲ ਬਿਲਕੁਲ ਕਰਨਾ, ਉਹ ਕੰਮ ਤੇ ਕਰਨਾ ਹੀ ਪੈਣਾ, ਉਹ ਤੇ ਬਹੁਤ ਜ਼ਰੂਰੀ ਚੀਜ਼ ਹੈ। ਤੇ ਉਹ ਬੰਦੇ ਦਾ ਨਾ ਕਰੇ, ਉਹਦੇ ਵਾਸਤੇ ਫਿਰ ਹੈਲਪ ਚਾਹੀਦੀ ਪ੍ਰੋਫੈਸ਼ਨਲਸ ਦੀ, ਕਿ ਗੱਲ ਕਰਕੇ ਕਾਉਂਸਲਿੰਗ ਸੈਸ਼ਨ ਹੋਏ ਉਸ ਪੇਸ਼ੈਂਟ ਦਾ, ਉਸ ਬੱਚੇ ਦਾ, ਕਿ ਕਿਉਂ, ਕਿਉਂਕਿ ਤੁਸੀਂ ਕਿਹਾ ਕਿ ਬਾਕੀ ਸਭ ਕੁਝ ਨਾਰਮਲ ਹੈ ਨਾ, ਸਭ ਨਾਰਮਲ ਹੈ। ਤੇ ਕੰਮ ਜਿਸ ਤਰ੍ਹਾਂ ਬਸ ਗੱਲ ਕਰਦੇ ਕੱਲ ਹੀ ਸਾਡੇ ਕੇਸ 'ਚ ਨਾ, ਸਾਡੀ ਸਾਈਕੇਟਰੀ 'ਚ ਇੱਕ ਹੁੰਦਾ ਹੈ ਕਿ ਇੱਕ ਕੋਈ ਵੀ ਲੱਛਣ ਤੁਸੀਂ ਕਿਸੇ ਵੀ ਬਿਮਾਰੀ ਨੂੰ ਦੇ ਕੇ ਡਿਸਕ੍ਰਾਈਬ ਨਹੀਂ ਕਰ ਸਕਦੇ। ਜਿੰਨੀ ਦੇਰ ਤੱਕ ਆਪਾਂ ਦਿਮਾਗ ਦੀ ਗਹਿਰਾਈ 'ਚ ਨਹੀਂ ਪਹੁੰਚਾਂਗੇ, ਸਮਝਾਂਗੇ ਨਹੀਂ ਬਿਮਾਰੀ ਨੂੰ, ਉਹਦੇ ਪਿੱਛੇ ਕੀ ਰੀਜ਼ਨ ਹੈ, ਉਹਦੇ ਪਿੱਛੇ ਕੀ ਫੈਕਟਰ ਹੈ, ਉਨੀ ਦੇਰ ਤੱਕ ਲੇਬਲਾਈਜ਼ ਕਰਨਾ ਕਿਸੇ ਵੀ ਪੇਸ਼ੈਂਟ ਨੂੰ ਜਾਂ ਕਿਸੇ ਵੀ ਬੱਚੇ ਨੂੰ, ਕਿਸੇ ਵੀ ਬੰਦੇ ਨੂੰ ਗਲਤ ਹੈ। ਠੀਕ ਹੈ, ਸੋ ਉਸ ਚੀਜ਼ ਵਾਸਤੇ ਹਮੇਸ਼ਾ ਆ ਕੇ ਸਿਰਫ ਗੱਲ ਕਰੋ, ਸਿਰਫ ਸੋਲੂਸ਼ਨ। ਮੈਡੀਸਨ ਨਾਲ ਠੀਕ ਹੋ ਸਕਦੀ ਹੈ ਇਹ ਚੀਜ਼, ਹੋ ਸਕਦਾ ਸਿਰਫ ਕਾਉਂਸਲਿੰਗ ਚਾਹੀਦੀ ਹੋਏ, ਕਦੀ ਕਦੀ ਹੁੰਦਾ ਕਾਉਂਸਲਿੰਗ ਨਾਲ ਵੀ ਇਨਫ ਹੋ ਜਾਂਦਾ, ਤੇ ਮੈਡੀਸਿਨ ਦੀ ਲੋੜ ਹੈ ਤੇ ਇਨੀਸ਼ੀਅਲ ਸਟੇਜ 'ਚ ਫੜ ਲਾਂਗੇ ਤੇ ਸਭ ਤੋਂ ਵਧੀਆ। ਇੱਕ ਤੋਂ ਘੱਟ ਮੈਡੀਸਿਨ ਹੁੰਦੀ ਉਸ ਵੇਲੇ, ਪਲੱਸ ਥੋੜੀ ਦੇਰ ਚੱਲਦੀ ਹੈ। ਲੇਟਰ ਔਨ ਜੇਕਰ ਜ਼ਿਆਦਾ ਪ੍ਰੋਬਲਮ ਵੱਧ ਜਾਏ, ਫਿਰ ਤੇ ਹਰ ਚੀਜ਼ ਦਾ ਇਲਾਜ ਲੰਬਾ ਹੀ ਚੱਲੇਗਾ। ਜਿੰਨੀ ਕ੍ਰੋਨਿਕ ਹੋ ਜਾਏਗੀ ਬਿਮਾਰੀ, ਉਨੀ ਲੰਬੀ ਦਵਾਈ, ਉਹਨਾਂ ਲੰਬਾ ਟ੍ਰੀਟਮੈਂਟ। ਕੋਈ ਕਾਉਂਸਲਿੰਗ ਦੇ ਉਹਨੂੰ ਜਿਹੜਾ ਬੰਦੇ ਨੂੰ ਪਤਾ ਹੀ ਹੈ ਕਿ ਕੰਮ ਕਰਨਾ। नहीं सर, देखो जेकर बच्चा सियाना है, समझदार है, कुछ तो रीज़न है, कुछ तो वजह है ना। विदाउट एनी रीज़न जेकर है ਤਾਂ ਵੀ ਇੱਕ प्रॉब्लम है कि कोई रीज़न भी नहीं, ਉਹ 10 ਬਾਰ स्टिल ही सेइंग कि मैं नहीं करना। ਤੇ ਉਹਦੇ ਵਾਸਤੇ ਤੇ ਇੰਡੀਵਿਜੂਅਲੀ ਆਪਾਂ ਬੱਚੇ ਨਾਲ ਗੱਲ ਕਰੀਏ, ਹਰ ਚੀਜ਼ ਦਾ ਸੋਲੂਸ਼ਨ ਲੱਭੀਏ, ਫਿਰ ਹੋ ਸਕਦੀ ਗੱਲ। ਕਦੀ ਕਦੀ ਹੁੰਦਾ ਹੈ ਕਿ ਬੱਚੇ ਆਪਣੀ ਫੈਮਿਲੀ, ਆਪਣੇ ਪੇਰੈਂਟਸ ਨਾਲ ਨਹੀਂ ਗੱਲ ਕਰ ਪਾਉਂਦੇ ਪੂਰੀ ਤਰ੍ਹਾਂ, ਭਾਵੇਂ ਆਪਾਂ ਬੜੀ ਕੋਸ਼ਿਸ਼ ਵੀ ਕਰਦੇ ਹਾਂ ਫਰੈਂਡਲੀ ਹੋਣ ਦੀ, ਲੇਕਿਨ ਸਟਿਲ ਕਦੀ ਕਦੀ ਬੱਚੇ ਉਸ ਤਰੀਕੇ ਨਾਲ ਨਹੀਂ ਗੱਲ ਕਰ ਪਾਉਂਦੇ ਆਪਣਿਆਂ ਨਾਲ। ਸੋ ਉਸ ਵੇਲੇ ਉਹੋ ਜਿਹਾ ਕੋਈ ਇਨਸਾਨ ਚਾਹੀਦਾ ਜਿੱਥੇ ਬੱਚੇ ਨੂੰ ਬਿਲਕੁਲ ਬੇਖੌਫ ਹੋ ਕੇ, ਬਿਲਕੁਲ ਜਜਮੈਂਟ ਨਹੀਂ ਹੋਣੀ ਮੇਰੀ ਕੋਈ ਗਲਤ ਸਹੀ ਨਹੀਂ ਕਹੇਗਾ, ਬਸ ਮੈਂ ਆਪਣੇ ਆਪ ਨੂੰ ਜ਼ਾਹਿਰ ਕਰਾਂ, ਉਸ ਚੀਜ਼ ਦਾ ਸੋਲੂਸ਼ਨ ਲੱਭਾਂ। ਤਾਂ ਹੀ ਕਾਉਂਸਲਿੰਗ ਸੈਸ਼ਨਸ ਇੰਪੋਰਟੈਂਟ ਹੁੰਦੇ ਆ ਕਿ ਦੇयर इज़ ਸਮਬਡੀ ਵਿਦ whom you can talk without any fear ਕਿ ਇਹ ਮੈਨੂੰ ਗਲਤ ਸਹੀ ਬੋਲੇਗਾ, ਬੁਰਾ ਚੰਗਾ ਬੋਲੇਗਾ। ਕਿਉਂਕਿ ਜਦੋਂ ਆਪਾਂ ਰਿਲੇਸ਼ਨਸ 'ਚ ਗੱਲ ਕਰਦੇ ਆ ਨਾ, ਇੱਕ ਜਜਮੈਂਟ ਦਾ ਖਤਰਾ ਹਮੇਸ਼ਾ ਰਹਿੰਦਾ ਕਿ ਇਹ ਕੀ ਸੋਚੇਗਾ, ਮੇਰੀ ਇਮੇਜ ਬਾਰੇ ਕੀ ਕੋਈ ਸੋਚੇਗਾ। तो बच्चे या ਆਪਾਂ आपस 'ਚ ਵੀ ਜੇਕਰ ਕਰਨੀ ਹੋਏ ਕਿਸੇ ਨਾਲ, ਸਾਡੇ ਦਿਮਾਗ 'ਚ ਰਹਿੰਦਾ ਹੀ ਹੈ ਨਾ ਕਿ ਅਗਲਾ ਬੰਦਾ ਪਤਾ ਨਹੀਂ ਮੇਰੇ ਬਾਰੇ ਕੀ ਸੋਚੇਗਾ। ਤਾਂ ਆਪਾਂ ਬਹੁਤ ਸਾਰੀ ਚੀਜ਼ਾਂ ਫਿਲਟਰ ਕਰਕੇ ਦੱਸਦੇ ਹਾਂ। ਪਰ ਜਦੋਂ ਆਪਾਂ ਥੈਰੇਪਿਸਟ ਕੋਲ ਜਾਂਦੇ ਹਾਂ, ਕਾਉਂਸਲਿੰਗ ਵਾਸਤੇ ਜਾਂਦੇ ਹਾਂ, ਇਹ ਚੀਜ਼ ਪਰੇ ਹੋ ਜਾਂਦੀ, ਕਿਉਂਕਿ ਸਾਨੂੰ ਪਤਾ ਕਿ ਹਾਂ ਇੱਥੇ ਮੈਂ ਟਰਸਟ ਨਾਲ ਪੂਰੀ ਗੱਲ ਕਰ ਸਕਦਾ, ਜਿੱਥੇ ਮੇਰੀ ਪ੍ਰੋਬਲਮ ਦਾ ਸੋਲੂਸ਼ਨ ਮਿਲ ਜਾਏਗਾ ਮੈਨੂੰ। मैम जैसे सैडनेस है, इसको दूर करने के लिए हम बंदे को कोई गुड बात बता दें, अच्छी बात बता दें, हैप्पीनेस आ जाएगी उसको। बिल्कुल। इसमें क्या करेंगे? इसमें आएगी नहीं, इसमें आती ही नहीं है। ये कैसे दूर होगा फिर? डिप्रेशन के लिए प्रॉपर ट्रीटमेंट लेना पड़ेगा, यही तो डिफरेंस है। अगर आप डिप्रेशन के पेशेंट हैं, कोई भी बंदा डिप्रेशन है, आप जितना मर्जी उसको हंसाने की कोशिश करो, उसको वो इमोशन नहीं अराइज होता, उसको नहीं अच्छा लगेगा। तुसी ज़्यादा कोशिश करोगे, ज़्यादा बोली जाओगे, ट्रीटमेंट, हाँ उसमें क्लिनिकल डिप्रेशन में ट्रीटमेंट चाहिए फॉर श्योर। आप जितना कोशिश ज़्यादा करते हो, पेशेंट और इरिटेट होता है, क्योंकि उसको अच्छा ही नहीं लग रहा, ऊंची आवाज़ नहीं अच्छी लग रही, तेज़ रोशनी नहीं अच्छी लग रही। आप कहते हो गाने लगा ले, मूड बदल जाएगा, उसको वो गाने भी ऐसे लग रहा है कि मेरे को तो ये प्रेशर है, मेरे सामने आवाज़ भी मत करो, मुझे अकेले कमरे में रहने दो, मुझे अच्छा नहीं लग रहा, मेरे को बार बार बुलाओ मत, मेरे से बार बार बात मत करो, मुझे रहने दो, अगर मैं 3 दिन भी कमरे में, मुझे 3 दिन पड़े रहने दो। और किसी का कोई कंसर्न, एनीबडी? तो आई थिंक छोटा सा टॉपिक था, इजी टॉपिक था, लेकिन थोड़ी क्लैरिटी हमें हो गई। ठीक है, तो जैसे मैं हमेशा कहती हूँ, स्प्रेड करो अपनी नॉलेज को, अवेयरनेस को स्प्रेड करो, ताकि जिसको भी कभी दिक्कत हो वो हमारे पास आए, या अपने आसपास के लोगों में अपनी हेल्प ले सके प्रोफेशनल से। ये भी एक अच्छी बात है, लोगों की मदद करना, इट्स अ काइंड एक्ट। ठीक है, थैंक यू सो मच।